जुगो कल शब्द गुरु चबर तखत शतर दे मालक दसां पातशाहियां दी जोत समरथ प्रतख हाजिर नाजिर सतगुरु वाली ये दो जहां हल्क पत दी रखियो तन धन साज सतगुरु आद श्री गुरु ग्रंथ साहिब जी महाराज ऐसे दीन दयाल सैतां सतगुरां दी अपनी अपार कृपा रहमत बख्शत का सदका श्री दशमेश पिता जी श्री कलगीधर जी पंथ वाले अमृत दे दाते सतगुरु साहिब इकबाल बादशाह दरवेश फरशां दे मालिक नीले दे शाहे असवार देश तेग दी धनी मरद अगमड़े धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान ताकत श्री केसगढ़ साहिब जी विखे हाजिरियां भर रहे यात्रा करदियां साहिबां जी दी महान गुर संगत पंगत का लाहा लै रहे गुरु सवारे गुरु पातशाह जी की साजी नवाजी गुरु रूप गुरु खालसा गुरु संगत जीओ आप जी बड़भागे हो जो सतगुरु पातशाह महाराज जी ने बख्शिश किए हुए उदम उपराले प्रेरणा द्वारा सहबा जी के महान स्थान से हाजिरियां भर रहे हो साहिबा जी के दर्शन परसन करते हैं सतगुरु जी को नतमस्तक हो के साहिबा जी की महान पवित्र बारगाह के पावन स्थान से गुर संगत में सज करके सतगुरु पातशाह जी की इलाही दरगाही अमृत बाणी तुलसी बाणी सरवण करन का सुभाग प्राप्त करदियां होया जीवन दियां घड़ियां नूं समय सुआसां नूं सफल कीता है साहिबां जी दे महान पावन अस्थान ते लड़ीवार गुरु शब्द उपदेश गुर की बाणी की विचार चल रही है साडे कलयुगी जीवां दे भले हेत समूह मानवता समुची मनुखता की कल्याण करने वाला पावन पवित्र उपदेश सतगुरु सच्चे पातशाह महाराज जी जिवें बख्शिश करदियां होया उपदेश सिक्ख्या सानूं दिल करवा रहे हैं वाहिगुरु गुर मंत्र का उच्चारण करदियां होया रसना की पवित्रता के लिए मन की एकाग्रता वास्ते मन के टिकाव वास्ते मन को संकल्पां विकल्पां के लहर विच रुड़न तो रोक करके वाहिगुरु गुर मंत्र का जाप करते हैं साहिबां जी की पावन बाणी बाणी के विचार नाल सांझ पाइए सारे जपीए वाहिगुरु
ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ। ਸਾਹਿਬ ਸਤਿਗੁਰੂ ਜਗਤ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਸ੍ਰੀ ਰਾਗ ਦੇ ਅੰਦਰ ਮਹੱਲਾ ਪਹਿਲਾ ਦੇ ਸਰਲੇਖ ਦੁਆਰਾ ਇਹ ਪਾਵਨ ਪਵਿੱਤਰ ਅੰਮ੍ਰਿਤ ਉਪਦੇਸ਼ ਜੋ ਅਸ਼ਟਪਦੀਆਂ ਦੇ ਰੂਪ ਦੇ ਅੰਦਰ ਸਾਹਿਬਾਂ ਨੇ ਉਚਾਰਨ ਕੀਤਾ ਹੋਇਆ ਹੈ। 16ਵਾਂ ਸ਼ਬਦ ਹੈ 1430 ਅੰਗ ਵਾਲੇ ਸਾਹਿਬਾਂ ਦੇ ਮੌਜੂਦਾ ਮੁਬਾਰਕ ਸਰੂਪ ਦੇ 63 ਅੰਗ ਔਰ 64 ਅੰਗ ਦੇ ਉੱਪਰ ਸੁਭਾਇਮਾਨ ਹੈ। ਇਸ ਪਾਵਨ ਉਪਦੇਸ਼ ਦੇ ਅੰਦਰ ਜੋ ਆਪ ਜੀ ਨੇ ਕੱਲ ਦੇ ਦੀਵਾਨ ਅੰਦਰ ਰਹਾਉ ਵਾਲੇ ਬੰਦ ਅੰਦਰ ਜੋ ਸ਼ਬਦ ਦਾ ਕੇਂਦਰੀ ਭਾਵ ਮੁੱਖ ਭਾਵ ਸਰਵ ਕੀਤਾ ਸੀ ਕਿ ਸੰਸਾਰ ਸਾਗਰ ਜਿਹੜਾ ਹੈ ਇਸ ਨੂੰ ਤਰਨਾ ਬੜਾ ਬਿਖਮ ਹੈ। ਇਹ ਬੜਾ ਡਰਾਉਣਾ ਹੈ, ਭਿਆਨਕ ਹੈ, ਖਤਰਨਾਕ ਹੈ। ਅੱਗੇ ਦੀ ਜੋ ਬਿਲਕੁਲ ਸੱਚਾਈ ਹੈ ਗੁਰੂ ਸਾਹਿਬਾਂ ਨੇ ਵੇਖ ਕਰਕੇ ਦੱਸੀ ਹੈ। ਗੁਰਮਤਿ ਸੁਣੀ ਸੁਣਾਈ ਗੱਲ ਕਰਨ ਵਾਲੀ ਨਹੀਂ ਹੈ। ਹੰਡਾਈ ਹੋਈ, ਪਰਖੀ ਹੋਈ, ਜੇਬ ਵਿੱਚ ਆਈ ਹੋਈ ਜੋ ਵਿਚਾਰ ਹੈ ਉਹ ਤੁਰੰਤ ਦਰਗਾਹੋਂ ਪ੍ਰਗਟ ਹੋਈ ਹੀ ਸਾਹਿਬਾਂ ਨੇ ਆਪਣੇ ਮੁੱਖ ਮੰਡਲ ਦੁਆਰਾ ਰਸਨਾ ਤੋਂ ਪ੍ਰਗਟ ਕੀਤੀ ਹੈ। ਜੋ ਅਗਲਾ ਲੋਕ ਹੈ ਬਹੁਤਾਤ ਕਰਕੇ ਕਈ ਲੋਕ ਜਾਂ ਕਈ ਧਰਮ ਉਸ ਲੋਕ ਨੂੰ ਮੰਨਣ ਤੋਂ ਇਨਕਾਰੀ ਹਨ ਕਿ ਅੱਗੇ ਕੋਈ ਕਿਸੇ ਤਰ੍ਹਾਂ ਦੀ ਸਜ਼ਾ ਮਿਲਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਨ ਜਿਉ ਪੀੜੀ। ਇਹ ਅਗਲੇ ਲੋਕ ਦੀਆਂ ਗੱਲਾਂ ਹਨ। ਪਾਪ ਕਰਿੰਦਰ ਸਰ ਪਰ ਉਠੇ ਅਜਰਾ ਈਲ ਫੜੇ ਪੜ ਉਠੇ ਦੋਜਕ ਪਾਏ ਸਿਰਜਨਹਾਰੈ ਲੇਖਾ ਮੰਗੈ ਬਾਣੀਆਂ। ਉਸ ਥਾਂ ਤੇ ਸੰਗ ਨ ਕੋਈ ਭਈਆ ਬੇਬਾ। ਕਿਸੇ ਬੇਬੇ ਨੇ ਕਿਸੇ ਭਰਾ ਨੇ ਸਾਥ ਨਹੀਂ ਦੇਣਾ। ਇੱਥੋਂ ਤੱਕ ਮਾਲ ਧਨ ਸਭ ਛੋੜ ਗੰਜੇਸਾ। ਕਰਮ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ। ਉਹ ਜਿਹੜਾ ਕਦੇ ਕਹਾਣੀ ਕਢਾਉਣ ਗਿਆ ਹੋਵੇ ਸਰੋਂ ਦਾ ਤੇਲ ਜਾਂ ਤੋਰੀਏ ਦਾ ਤੇਲ ਜਿਹੜਾ ਕਢਾਉਣ ਗਿਆ ਹੋਵੇ ਉਹਨੇ ਕੋਲੂ ਤੇ ਦੇਖਿਆ ਹੀ ਹੋਵੇਗਾ ਕਿ ਉੱਥੇ ਜਾ ਕੇ ਸਰੋਂ ਜਾਂ ਤੋਰੀਏ ਦੀ ਕੀ ਹਾਲਤ ਹੁੰਦੀ, ਕਿਵੇਂ ਉਹਨੂੰ ਪੀੜਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਲੋਕ ਦੀ ਗੱਲ ਕਰਦਿਆਂ ਹੋਇਆਂ ਜੋ ਅੱਖੀਂ ਡਿੱਠੇ ਹਾਲਾਤ ਵੇਖੇ ਹੋਏ ਨੇ ਤਪਤ ਥੰਮ ਗੱਲ ਲਾਦਿਆਂ ਉਹਨਾਂ ਨੂੰ ਬਾਣੀ ਅੰਦਰ ਥਾਵਾਂ ਥਾਵਾਂ ਤੇ ਵਰਣਨ ਕਰਦਿਆਂ ਜੀਵ ਨੂੰ ਸਮਝਾਇਆ ਹੈ ਕਿ ਇਸ ਸੰਸਾਰ ਦੀ ਰੰਗਲੀ ਖੇਡ ਵਿੱਚ ਇਹਨਾਂ ਭਰਮ ਭੁਲੇਵਿਆਂ ਭੁਲੇਖਿਆਂ ਵਿੱਚ ਫਸ ਕਰਕੇ ਕਦੀ ਪ੍ਰਲੋਕ ਦਾ ਚੇਤਾ ਨਾ ਭੁਲਾ ਬੈਠੀ। ਜੇਕਰ ਅਜਿਹੀ ਗੁਸਤਾਖੀ ਭੁੱਲ ਕੀਤੀ ਤਾਂ ਅਗਲੇ ਲੋਕ ਦੀਆਂ ਜਿਹੜੀਆਂ ਸਜ਼ਾਵਾਂ ਹਨ, ਅਗਲੇ ਲੋਕ ਦਾ ਜਿਹੜਾ ਰਾਹ ਤੇ ਮਾਰਗ ਹੈ ਬੜਾ ਬਿਖਰਾ ਭਿਆਨਕ ਦੁਖਦਾਈ ਕਠਿਨਾਈਆਂ ਦੇ ਨਾਲ ਭਰਿਆ ਹੋਇਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਗਲੇ ਲੋਕ ਦੀ ਗੱਲ ਰਹਾਉ ਵਾਲੇ ਬੰਦ ਵਿੱਚ ਕੀਤੀ ਹੈ। ਭਾਈ ਰੇ ਭਵਜਨ ਵਿਖਮ ਡਰਾਓ। ਇਹ ਸੰਸਾਰ ਸਾਗਰ ਭਵਜਨ ਇਹਨੂੰ ਤਰਨਾ ਇਹਨੂੰ ਪਾਰ ਹੋਣਾ ਬੜਾ ਬਿਖਮ ਹੈ ਕਿਉਂਕਿ ਡਰਾਉਣਾ ਹੈ, ਭਿਆਨਕ ਹੈ। ਵੇਖਿਆ ਨੂੰ ਡਰ ਤੇ ਭੈ ਪ੍ਰਤੀਤ ਹੁੰਦਾ ਹੈ ਪਰੰਤੂ ਪੂਰਾ ਸਤਿਗੁਰ ਰਸ ਮਿਲੇ, ਪੂਰੇ ਸਤਿਗੁਰੂ ਦਾ ਪ੍ਰੇਮ ਪਿਆਰ ਪ੍ਰਾਪਤ ਹੋ ਜਾਏ, ਗੁਰੂ ਨਾਲ ਪਿਆਰ ਬਣ ਜਾਏ। ਗੁਰ ਤਾਰੇ ਹਰ ਨਾਮ ਹਰੀ ਦੇ ਨਾਮ ਦਾ ਬੋਇਥਾ ਜਹਾਜ਼ ਦੇ ਕੇ ਗੁਰੂ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ਜਿਹੜਾ ਤਰਨਾ ਮੁਸ਼ਕਲ ਹੈ। ਮਨੁੱਖ ਦੇ ਆਪਣੇ ਉਪਾਵਾਂ ਸਾਧਨਾ ਵਸੀਲਿਆਂ ਸਿਆਣਪਾਂ ਚਤਰਾਈਆਂ ਵਰਤੇ ਹੋਏ ਢੰਗ ਤਰੀਕਿਆਂ ਦੁਆਰਾ ਤਰਨਾ ਅਸੰਭਵ ਹੈ।
हाँ गुरु बांह फड़ के पार लंघा देते हैं। गुरु वास्ते जीव को संसार सागर तो तार देना कोई मुश्किल कोई औखा नहीं है, क्योंकि गुरु उस मार्ग का जानू है। उसको पता है कि कितों सिख को बचाना है, कितों तक भुल भुलेखे नरकों में भी जाके पै जावे। गुरु साहब कहते गुरु उतों भी धू लिया है, काटी नरक ते धू, नरकों में भी धू के खिंच के पिछा कर लेंदा है। जेकर किते भुल भुलेखे सिख उस पासे में तुर पवे या डेगी पवे नरकों में, जे कोई डूबे फिर होवे सार, डूबी जावे उहदी भी संभाल हो सकती है। सो गुरु पातशाह जी ने ये सारा पावर हावा के बाद में बख्शिश करके अगे इसका विस्तार किया है। तो लोक बारे ते ऐस लोक बारे सारी विचार खोल की बख्शिश की है। दुनिया दीयां वस्तुआं धन पदार्थ जिन्हां विच सोना चांदी आदि होर बहुत कुछ है, जिन्हां विच लग करके सुरत मनुख की चेतना अपने मूल सोमे अकाल पुरख वार वार भुलती है, उसकी याद मन विचों विसर जाती है। क्योंकि प्रतख अखां दे नाल दिसण वालियां वस्तुआं चीज़ां मनुख नूं लुभाएमान करदियां होईयां अपनी कीमत अपना मुल वध प्रतीत गवा दिंदियां ने। हुण सोने का मुल मनुख की दृष्टि च वध प्रतीत ना होवे ते सोने नूं कौन खरीदे। लोहे का मुल मनुख की दृष्टि में घट है, उन्नी कीमत नहीं रखता। ये तो मनुख का वेखण का नजरिया है कि सोना कीमती है। सो सोने का चांदी का हाथी घोड़िया का पाखरां का फौजा का चोए चंदन का सोने लीड़े कपड़े का रूप का हार शिंगार का सरदारियां का बादशाहियां का राजियां का महाराजियां का चौधरियां का पंचां सरपंचां का इन्हां सारियां का जिक्र गुरु साहब जी ने अज के इस शब्द के अंदर खोल के बयान किया है कि माता कोई ऐस लोग से कोई उच्चा अहुदा वेख के कोई बरातमा वेख के या अन पदार्थ वस्तुओं को वेख करके उन्होंने खचित हो करके जिस मालक परमेश्वर ने मनुख को सिरजिया है भेजिया है उन्होंने भुल जाए। तो जेकर ऐसा गुनाह करे तो फिर इस तो बड़ा होर अकिरत कारण की हो सकता है। सो ताइए सहमा किया है कि कबीर दीन गवाया दुनी सो दुनी न चाली साथ, पाए कुहाड़ा बारिया गाफले अपने हाथ। सो दीन काल अपने मजहब वास्ते या धन विभूति वास्ते मनुख जो असली मकसद है उसनों ही भुला देता है। तो फिर जो ऐसा करता सहज कहते दो ही खुदामी दो ही सराई खुदामी कहाए। खुदामी अरबी फारसी कहते गुनाहगार, दोवां लोगों में अजिहा बंदा फिर गुनाहगार अखवाउंदा है। सो गुरु पातशाह जी ने जो अज शब्द जिथों आप आरंभ किया है चला चला जे करी जाना चंदनहार, और संसार की नाशवंता साढ़े सामने रखी है। बाबा फरीद साहब जी का एक वचन इस पंक्ति की व्याख्या रूप में है। उन्होंने महापुरखों का वचन है चले चंदनहार विचारा ले मनो। पता नहीं कितने के मनुख संसार से आए कई तरह दी विचारा सियाणपा सोचा अपने मन में लै करके ही संसार तो जाला पाए तुर गए। चले चंदनहार विचारा ले मनो गडेंदिया छे मां गडेंदिया हिक थे। शरीर की बनावट बन लगिया, शरीर का ढांचा आकार मां के गर्भ स्थान च तैयार होने लगिया। गुरु की बाणी अनुसार 6 माह 6 महीने का समा लग जाता है। लगभग 6 महीने का अरसा लग करके शरीर की पूरी बनावट बन जाती है। सो
परंतु जदों सवास इस शरीर विचों निकलण महापुरुष कहते तुरंदिया हिक खिनो हिक हुंदा एक खिन हुंदा बड़ा थोड़ा समा अख झमकन जिन्ना समा जीव आत्मा जदों शरीर चों निकलदी है शरीर भांडा टुटदा है छिन पल दा ही समा लगदा पर शरीर की बनावट बन लगे लगभग 6 महीने का समा लग जाता जो शरीर है पूरा मां के गर्भ स्थान च तैयार हो जाता पिछले लगभग 3 महीने 9 तो 10 महीने के अंदर जो मनुख का जन्म होता है उस समय में मनुख को सारी सोझी ते ज्ञात पिछले कई जन्मों की प्राप्त होती ते बालक का सिमरन प्राप्त होता है मालक आप भी कृपा करता है अपनी याद के सहारे उस जीव को माता के गर्भ स्थान में बचा करके रखता है नहीं तो माता की कठोर तो कठोर खाती हुई चीज वस्तु पदार्थ हजम हो जाता पर एक मास का लोथड़ा मां के गर्भ स्थान मालक की कृपा नाल गलता नहीं बचिया रहता है नाम के सहारे परवरिश होती है अगला वचन है महापुरुष बाबा फरीद साहब जी का जिन्हें पुछे असमान फरीदा केवट किन गए जादन गोरा नाल उलामे जी सर जिन्हें पुछे असमान जिमें इस जमीन ने असमान को पूछया कि मेरे ते बड़े बड़े आए सन अपने आप को खोण वाले असमान तो इस गल का गवाह तो देखा किधर चले गए मैनू तो नहीं पता कितने तुर गए जिमें पूछे असमान फरीदा खेवट किन गए खेवट का अखरी अर्थ होंदा मला भाव अर्थ है आगू अपने आप को बड़े बड़े आगू खवाउण वाले सेवा सलार समाज की लोगों की अगवाई करने वाले फरीदा खेवट किन गए किधर तो लंघ गए किथे चले गए अखीर कहते जादर गोरा नाल मुसलमान धर्म का सिद्धांत है कि कबर में दबते थे गोर कहते कबर नूं जादर गोरा नाल शरीर तो कबरां दे नाल गल जाते कबरां च बैठ के शरीर सड़ जाते गल जाते हैं पर आत्मा नहीं गलती उलामे जी सह जिंद जिहड़ी है जीव आत्मा उलामे सहारती है कि जिन मनुखा जल प्राप्त होया सी अपने मंजिले मकसूद ते पहुंचने का समा सी नहीं पहुंच सकिया तो आत्मा भटकती है सो गुरु बादशाह जी कह रहे हैं चलना चलना जे करी संसार तो चले जाना है जे करी जेकर ये गल्लां करियां जान वाला वेदां शास्त्रां द्वारा सुन के जो सुनिया सुनाइया फलाना चलिया गया जी असीं भी चले जाना पर असल में मनुख इस गल को नहीं समझता कि संग चलता है हम भी चलना दूर गवन सिर ऊपर मरना सही अर्थां में नहीं समझता सही अर्थां में तो समझदा मैं ना मरबो संसार मैं नहीं मरांगा संसार मरेगा मैं तो सदैवी हाँ सो जाना चलनहार जाना का अर्थ है समझ लेना जान लेना कि सारे जीव चलनहार हैं जिन्होंने में समझ पैगी ना जिन्नी चलन जानिया से क्यों करे मिथार गुरु अंगद दे पातशाह महाराज सोही राग दी वार अंदर फरमाउंदे ने जिन्होंने चलन की समझ पैगी वो बंदे खलारा नहीं खिलारते से क्यों करे विथार विथार का अर्थ की विस्तार खलारा खाल खिलारना बहुत ज्यादा बंद बनने गया ये भी इतने भी कार्य कर लो ये भी कर लो वो भी कर लो हाँ उपजीविका वास्ते मैं की काम धंधे करने गुरमत विच मनाही नहीं खजत होने की मालक को भुल जान की जरूर मनाही की है कि भाई काम धंधे करो अपनी उपजीविका वास्ते पर मालक को ना भूलो ये जरूर बड़ा गुनाह है सो जिन्नी चलन जानिया से क्यों करे विथार चलन सार न जाननी सार उसकी खबर जिन्होंने चलन दे के संसार तो तुर जाना खबर नहीं जानी नहीं समझिया एहो जे बंदे जिहड़े काज सवारन हार दुनिया के मैकी धंधे काम कारज सवार में लगे हुए हैं खजत हैं ते गुरु नानक देव पातशाह भी यही कह रहे हैं चला चला जे करी वेदां शास्त्रां दी कथा कहानियां सुन करके जेकर बंदा मुंह तो कही जावे ना जी चला चला पई पीछे चले गए तुरे जा रहे थे अगे भी चले जाएंगे इस तरह बंदे का मन नहीं मानता जिन्ना चर कोई गल तजर्बे में ना आवे समझ पैंदी ही नहीं है
ਸੋ ਅਸਲ ਵਿੱਚ ਸਾਹਿਬ ਕਹਿੰਦੇ ਜਾਣਾ ਜਾਣ ਲਓ ਚੱਲਣਹਾਰ, ਜੋ ਕੁਛ ਵੀ ਹੈ ਨਾ ਸਾਰਾ ਚੱਲਣਹਾਰ ਚਲਾਏਮਾਨ ਹੈ। ਜੋ ਆਇਆ ਸੋ ਚਲ ਸੀ, ਅਮਰ ਸੋ ਗੁਰ ਕਰਤਾਰ। ਜੋ ਆਇਆ, ਆਇਆ ਦਾ ਅਰਥ ਜਿਹੜਾ ਜਨਮ ਲੈ ਕੇ ਸਮਾਤ ਲੋਕ ਦੀ ਧਰਤੀ ਤੇ ਆਇਆ ਹੈ। ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪ ਹੀ ਵਿਆਖਿਆ ਕੇ ਜਾ ਕੇ ਕਰ ਦਿੱਤੀ ਇਸ ਪੰਕਤੀ ਦੀ। ਆਸਾ ਜੀ ਦੀ ਵਾਰ ਅੰਦਰ ਰੋਜ਼ ਗੁਰਮੁਖ ਪੜ੍ਹਦੇ ਸੁਣਦੇ ਹਨ। ਦੇਖਿਆ ਕੀਤਾ ਆਪਣਾ, ਧਾਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਮਾਲਕ ਆਪ ਹੀ ਦੇਖਦਾ ਹੈ। ਕੱਚੀ ਪੱਕੀ ਨਰਦਾਂ ਹੁੰਦੀਆਂ ਨੇ, ਕੋਈ ਕੱਚੀਆਂ ਕੋਈ ਪੱਕੀਆਂ ਹੋ ਜਾਂਦੀਆਂ ਹਨ। ਇਹ ਜਿਹੜੇ ਨਰਦ ਦੀ ਖੇਡ ਖੇਡਦੇ ਹਨ, ਕੁਛ ਨਰਦਾਂ ਪੁੱਗ ਜਾਂਦੀਆਂ ਹਨ, ਆਪਣੇ ਸਹੀ ਟਿਕਾਣੇ ਤੇ ਪਹੁੰਚ ਜਾਂਦੀਆਂ, ਕੁਛ ਮਾਰੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਨਰਦਾਂ ਦੀ ਤਰ੍ਹਾਂ ਜੀਵ ਹਨ, ਕੁਛ ਕੱਚੀ ਅਵਸਥਾ ਵਿੱਚ, ਕੁਝ ਪੱਕੀ ਅਵਸਥਾ ਚ ਸੰਸਾਰ ਤੋਂ ਤੁਰ ਜਾਂਦੇ। ਪਰ ਸਾਹਿਬ ਕਹਿੰਦੇ ਵਾਰੀ ਆਪੋ ਆਪਣੀ, ਕੋਈ ਨ ਬੰਧੈ ਧੀਰ। ਕੋਈ ਪੱਕੇ ਤੌਰ ਤੇ ਧੀਰਜ ਬਣ ਕੇ ਇੱਥੇ ਨਹੀਂ ਸਦੀਵੀ ਰਹਿ ਸਕਦਾ। ਆਪੋ ਆਪਣੀ ਵਾਰੀ ਅਨੁਸਾਰ ਤੁਰ ਜਾਂਦੇ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਾਰਿਆਂ ਦੀ ਵਾਰੀ ਆਉਂਦੀ ਹੈ। ਵਾਰੀ ਕਾਹਦੀ ਆਉਂਦੀ? ਉਹ ਦਿਨ ਦੀ ਜਿਸ ਬਾਰੇ ਬਾਬਾ ਫਰੀਦ ਸਾਹਿਬ ਕਹਿੰਦੇ ਜਿੰਦ ਨਿਰਮਾਣ ਕੱਢੀ ਹੈ, ਹੱਡਾਂ ਨੂੰ ਕੜਕਾਏ, ਸਾਹੇ ਲਿਖੇ ਨਾ ਚੱਲਣੀ। ਜਿਹੜਾ ਦਿਨ ਲਿਖਿਆ ਗਿਆ ਨਾ ਉਹ ਨਹੀਂ ਚੱਲਣਾ। ਵਿਆਹ ਦੇ ਦਿਨ ਤਾਂ ਆਮ ਦਰਿਆਵੇ ਤੌਰ ਤੇ ਅੱਗੇ ਪਿੱਛੇ ਹੋ ਜਾਂਦੇ ਵੀ ਪੈਲਸ ਬੁੱਕ ਹੋ ਗਈ, ਇੱਧਰ ਉੱਧਰ ਕਰਨਾ, ਉਹ ਕੋਈ ਜ਼ਰੂਰੀ ਕੰਮ ਪੈ ਗਿਆ, ਪਰ ਉਹ ਦਿਨ ਨਾ ਉਹ ਨਹੀਂ ਚੱਲਣਾ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ। ਜਿੰਦ ਨੂੰ ਸਮਝਾ, ਜਿੰਦ ਵਹੁਟੀ ਮਰਨ ਵਾਰ ਰਹਿ ਜਾਸੀ ਕਰਨਾਏ। ਆਪਨ ਹੱਥੀ ਜੋਲ ਕਹਿ ਕਰ ਲੱਗੇ ਧਾਏ। ਵਾਲੋਂ ਨਿੱਕੀ ਪੁਰਸਲਾਰ, ਉਹ ਰਸਤਾ ਬੜਾ ਨਿੱਕਾ ਵਾਰ ਨਾਲੋਂ ਵੀ। ਮੁਸਲਮਾਨ ਇੱਕ ਪੁਲ ਬਣਦੇ ਨੇ ਦੋਜਕ ਦੇ ਰਸਤੇ ਵਿੱਚ, ਉਹਨੂੰ ਪੁਰਸਲਾਰ ਕਹਿੰਦੇ। ਉਸ ਪੁਲ ਦਾ ਨਾਮ ਹੈ। ਕੰਨੀ ਨਾ ਸੁਣੀ ਆ, ਤੈਨੂੰ ਨਹੀਂ ਪਤਾ ਲੱਗਦਾ ਕੰਨ ਮਹਾਂਪੁਰਖਾਂ ਕੀ ਕਿਹਾ, ਤੈਨੂੰ ਸਮਝ ਨਹੀਂ। ਜੋ ਆਇਆ ਸੋ ਚੱਲ ਸੀ, ਸਾਰੇ ਚਲਾਏ ਮਨ। ਚੱਲ ਸੀ ਦਾ ਅਰਥ ਕੀ? ਚਲੇ ਜਾਣਗੇ, ਸਰੀਰ ਛੱਡ ਜਾਣਗੇ। ਕਿ ਸਾਰੇ ਚਲੇ ਜਾਂਦੇ, ਸਾਰੇ ਮਰ ਜਾਂਦੇ ਨੇ। ਮਹਾਤਮਾ ਬੁੱਧ ਦੇ ਰਖਵਾਈ ਨੇ ਤਾਂ ਇਹੀ ਜਵਾਬ ਦਿੱਤਾ ਸੀ, ਹਾਂ ਸਾਰੇ ਮਰ ਜਾਂਦੇ। ਜਦੋਂ ਸਿਆਣਿਆਂ ਨੇ ਉਹਨਾਂ ਕੋਲੋਂ ਪੁੱਛਿਆ ਗਿਆ ਇਹਦਾ ਦੱਸੋ ਭਵਿੱਖ, ਉਹਨਾਂ ਦੱਸਿਆ ਸੀ ਜਾਂ ਮਹਾਨ ਸੰਤ ਹੋਵੇਗਾ ਜਾਂ ਚੱਕਰਵਰਤੀ ਸਮਰਾਟ ਰਾਜਾ ਹੋਵੇਗਾ। ਕੌਣ ਕਹਿੰਦਾ ਮੇਰਾ ਪੁੱਤ ਸੰਤ ਬਣੇ, ਸਾਧੂ ਬਣੇ? ਕਹਿੰਦੇ ਨਹੀਂ ਨਹੀਂ, ਸੰਤ ਨਹੀਂ ਬਣਨਾ ਚਾਹੀਦਾ, ਸਮਰਾਟ ਬਣਨਾ ਚਾਹੀਦਾ, ਰਾਜਾ ਬਣਨਾ ਚਾਹੀਦਾ, ਮੇਰੀ ਥਾਂ ਤੇ ਹੋਵੇ। ਬਾਪ ਨੇ ਤਾਂ ਇਹੀ ਕਿਹਾ। ਕਹਿੰਦੇ ਫਿਰ ਜੀਵਨ, ਸਮੁੱਚੇ ਜੀਵਨ ਦੀ ਸਮਝ ਦੀ ਨਿਗਾਹ ਵਿੱਚ ਨਹੀਂ ਆਉਣੀ ਚਾਹੀਦੀ। ਢੰਗ ਕੀ ਵਰਤਿਆ ਗਿਆ ਕਿ ਘੋੜੇ ਵਿੱਚ ਪਾ ਦਿੱਤਾ ਗਿਆ ਸੀ ਤੇ ਸਵੇਰ ਸਾਰੀ ਬਾਹਰ ਕੱਢ ਕੇ ਸਨ, ਬਾਗ ਵਿੱਚ ਰਹਿ ਜਾਂਦੇ ਸਨ। ਜਿਹੜੇ ਫੁੱਲ ਕੁਬਲਾਏ ਹੁੰਦੇ ਸੀ ਉਹ ਪਹਿਲਾਂ ਤੋੜ ਕੇ ਚੋਕੇ ਪਾਸੇ ਸੁੱਟ ਦਿੱਤੇ ਜਾਂਦੇ ਸਨ। ਖਿੜੇ ਖਿੜੇ ਫੁੱਲ ਵਿਖਾਏ ਜਾਂਦੇ ਸੀ। ਕਹਿੰਦੇ ਮੁਰਝਾਏ ਫੁੱਲ ਵੱਲ ਵੇਖ ਕੇ ਇਹ ਨਾ ਪਤਾ ਲੱਗ ਜਾਵੇ ਕਿ ਜੀਵਨ ਮੁਰਝਾ ਜਾਂਦਾ ਹੈ। ਕੋਈ ਮੁਰਦਾ ਬੰਦਾ, ਕੋਈ ਬਿਮਾਰ ਬੰਦਾ ਉਹਦੇ ਮੱਥੇ ਨਹੀਂ ਸੀ ਲੱਗਣ ਦਿੰਦੇ। ਜਿਸ ਬਿਮਾਰੀ ਤੋਂ ਬਚਾਉਂਦੇ ਨੇ, ਬਿਮਾਰੀ ਇੱਕ ਦਿਨ ਅੱਗੇ ਆ ਗਈ ਸੀ। ਜਦੋਂ ਦਵਾਈ ਨੂੰ ਪੁੱਛਿਆ ਸੀ ਇਹ ਕੌਣ ਹੈ, ਇੱਕ ਬਜ਼ੁਰਗ ਕੋਲ ਮਿਲਿਆ। ਉਹਨੇ ਦੱਸਿਆ ਕਿ ਬਜ਼ੁਰਗ ਹੈ, ਇਹਨੂੰ ਕੀ ਹੋਇਆ ਹੈ? ਕਹਿੰਦੇ ਦੀ ਜਵਾਨੀ ਚਲੀ ਗਈ, ਬੁਢਾਪਾ ਆ ਗਿਆ, ਸਾਰੇ ਬੁੱਢੇ ਹੋ ਜਾਂਦੇ। ਕਹਿੰਦੇ ਸਾਰੇ ਹੁੰਦੇ। ਅਰਥੀ ਅੱਗੇ ਦਿਸ ਵੀ ਇਹ ਕੀ? ਕਹਿੰਦੇ ਅਰਥੀ ਸਾਰੇ ਮਰ ਜਾਂਦੇ। ਕਹਿੰਦੇ ਸੀ ਸਾਰੇ ਮਰ ਜਾਂਦੇ। ਮੈਂ ਵੀ ਮਰਾਂਗਾ, ਕਹਿੰਦੇ ਤੂੰ ਵੀ ਮਰੇਗਾ। ਸੁੱਤਾ ਹੋਇਆ ਬਰਾਗ ਜਾਗ ਪਿਆ ਸੀ। 2 ਸਾਲ ਦਾ ਬੱਚਾ, ਘਰ ਵਾਲੀ ਨੌਜਵਾਨ ਛੱਡ ਕੇ ਇਹਦੀ ਰਾਤ ਤੁਰ ਗਿਆ ਸੀ। 12 ਸਾਲ ਘੋਰ ਤਪੱਸਿਆ ਉਸਨੇ ਕੀਤੀ ਸੀ, ਅੰਤਰਾਤਮੇ ਦੀ ਖੋਜ ਕੀਤੀ। ਫਿਰ ਉਸਨੂੰ ਪਤਾ ਲੱਗਾ ਸੰਸਾਰ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਕਾਰਨ ਜਿਹੜਾ ਵਾਸ਼ਨਾਵਾਂ ਨੇ। ਬੰਦੇ ਦੀਆਂ ਵਾਸ਼ਨਾਵਾਂ ਹੀ ਮਨੁੱਖ ਨੂੰ ਦੁਖੀ ਕਰਦੀਆਂ। ਮਹਾਤਮਾ ਬੁੱਧ ਦੇ ਧਰਮ ਦਾ ਸਿਧਾਂਤ ਤੇ ਪੱਤ ਹੈ ਉਹਦੇ ਜੀਵਨ ਦਾ। ਮਹਾਤਮਾ ਬੁੱਧ ਨੂੰ ਤਾਂ ਦੱਸ ਦਿੱਤਾ ਸਾਰੇ ਮਰ ਜਾਂਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਸਾਰੇ ਨਹੀਂ ਭਾਈ ਮਰਦੇ। ਅਮਰ ਸੋ ਗੁਰ ਕਰਤਾਰ, ਉਹ ਸ਼ਕਤੀ ਹਸਤੀ ਹੈ ਜਿਹੜੀ ਕਦੇ ਮਰਦੀ ਨਹੀਂ, ਉਹ ਹੈ ਗੁਰੂ ਤੇ ਕਰਤਾਰ। ਕਰਤਾਰ ਦਾ ਅਰਥ ਹੈ ਕਰਤਾ ਪੁਰਖ, ਅਕਾਲ ਪੁਰਖ ਪਰਮੇਸ਼ਰ। ਉਹ ਅਮਰ ਹਸਤੀ, ਅੱਗੇ ਐੜਾ ਲੱਗ ਗਿਆ, ਵਿਰੋਧੀ ਸ਼ਬਦ ਬਣ ਗਿਆ ਮਰ, ਅਮਰ। ਜਿਹੜਾ ਕਦੇ ਮਰਦਾ ਨਹੀਂ, ਭਾਵ ਹੈ ਅਮਰ।
ਤੇ ਅਮਰ ਉਸੇ ਨੂੰ ਕਿਹਾ ਜਾਂਦਾ ਜਿਹੜਾ ਜੰਮਣ ਮਰਨ ਤੋਂ ਰਹਿਤ ਹੋ ਜਾਏ। ਪੁਰਾਣੇ ਸਮੇਂ ਦੇ ਅੰਦਰ ਦੇਵਤਿਆਂ ਰਿਸ਼ੀਆਂ ਮੁਨੀਆਂ ਨੇ ਬੜੇ ਯਤਨ ਹੱਥ ਤੱਕ ਕੀਤੇ, ਕਿਉਂ? ਅਮਰ ਪਦਵੀ ਵਾਸਤੇ। ਸਿਕੰਦਰ ਵਰਗਿਆਂ ਨੇ ਆਪੇ ਹਯਾਤ ਦੀ ਢੂੰਡ ਕੀਤੀ। ਸ਼ਾਹ ਸਿਕੰਦਰ ਢੂੰਡੇ ਆਪੇ ਹਯਾਤ ਨੂੰ, ਪਹਾੜਾਂ ਦੇ ਵਿੱਚ ਫਿਰਦਾ ਦਿਨ ਤੇ ਰਾਤ ਨੂੰ ਬੜਾ ਯਤਨ ਕੀਤਾ ਸੀ। ਸੋ ਪੀਤੋਸ ਨਾ ਦਸਤ ਭਾਰ, ਵਜੀਦਾ ਕੌਣ ਸਹਿਬ ਨੂੰ ਆਖੇ ਇੰਜ ਨਾ ਇੰਜ ਕਰ। ਬੜੇ ਯਤਨ ਕੀਤੇ ਕਿ ਅਮਰ ਹੋ ਜਾਈਏ, ਪਰ ਗੁਰੂ ਸਾਹਿਬ ਕਹਿੰਦੇ ਨੇ ਅਮਰ ਅਕਾਲ ਪੁਰਖ, ਇਹ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਹੀ ਹੈ, ਜੋ ਤ੍ਰੈ ਕਾਲ ਆਬਾਦ ਸਮੇਂ ਦੇ ਗੇੜ ਤੋਂ ਬੜੇ ਉੱਚੇ ਵਿਚਰਨ ਵਾਲੇ ਹਨ। ਸਮੇਂ ਦਾ ਪ੍ਰਭਾਵ ਜਿਨ੍ਹਾਂ ਉੱਪਰ ਨਹੀਂ ਪੈਂਦਾ, ਉਹ ਗੁਰੂ ਪਰਮੇਸ਼ਰ ਸਦਾ ਹੀ ਅਮਰ ਹੈ, ਕਦੀ ਮਰਨ ਵਾਲਾ ਨਹੀਂ ਹੈ। ਸੱਚਾ ਸਾਲਾਹਣਾ ਸੱਚਾ ਥਾਨ ਪਿਆਰ। ਜਦੋਂ ਸਾਰੇ ਜਿਹੜੇ ਆਏ ਤਾਂ ਚਲੇ ਜਾਣਾ, ਫਿਰ ਕਰਨਾ ਕੀ ਹੈ? ਧੀ ਦਾ ਅਰਥ ਹੈ ਫਿਰ, ਧੀ ਦਾ ਅਰਥ ਹੈ ਤਾਂ ਤੇ ਧੀ ਭਾਈ। ਫਿਰ ਸੱਚਾ ਸਲਾਹਣਾ, ਸੱਚੇ ਨੂੰ ਸਲਾਹਣਾ ਕਰੀਏ, ਜਿਹਦੀ ਸਲਾਹਣਾ ਕਰਦਿਆਂ ਖੁਦ ਵੱਡੇ ਹੋ ਜਾਈਏ, ਛੋਟੇ ਨਾ ਹੋਈਏ। ਉਸ ਸੱਚੇ ਪਰਮਾਤਮਾ ਨੂੰ ਸਲਾਈਏ ਜਿਹੜਾ ਸਦਾ ਸੱਚੇ ਰਹਿਣ ਵਾਲਾ ਹੈ। ਕਿੱਥੇ ਸਲਾਈਏ? ਸੱਚੇ ਥਾਨ ਪਿਆਸ। ਉਹਦਾ ਸੱਚਾ ਥਾਨ ਕਿਹੜਾ ਹੈ? ਸਾਧ ਸੰਗਤ ਰੂਪੀ ਥਾਨ। ਉੱਥੇ ਪਿਆਰ ਦੇ ਨਾਲ ਆ ਕੇ ਬੈਠ ਕਰਕੇ ਸੱਚੇ ਬਾਲਕ ਦੀ ਸਿਫਤ ਸਲਾਹ ਕਰੀਏ। ਸੱਚੇ ਥਾਨ ਦਾ ਅਰਥ ਹੈ ਹਿਰਦਾ ਰੂਪੀ ਥਾਨ। ਹਿਰਦੇ ਰੂਪੀ ਥਾਨ 'ਚ ਪਿਆਰ ਦੇ ਨਾਲ ਬਾਲਕ ਨੂੰ ਸਲਾਹਣਾ ਕਰੀਏ, ਸਿਫਤ ਕਰੀਏ। ਦਰ ਘਰ ਮਹਲਾ ਸੋਹਣੇ ਪੱਕੇ ਕੋਟ ਹਜ਼ਾਰ। ਆ ਜਿਹੜੇ ਦਰ ਦਰਵਾਜ਼ੇ ਸੋਹਣੇ ਸੋਹਣੇ ਬਣਾਏ ਜੀ, ਇੰਨੇ ਦਾ ਦਰਵਾਜ਼ਾ ਬਣਿਆ। ਇਹ ਜਿਹੜੇ ਸੋਹਣੇ ਘਰ ਨੇ ਸਪੈਸ਼ਲ ਵਿਖਾਏ ਜਾਂਦੇ, ਉੱਚੇ ਮਹਿਲ ਬਨਾਰੇ ਬੜੇ ਸੋਹਣੇ ਬਣੇ ਹੋਏ, ਪੱਕੇ, ਕੱਚੇ ਵੀ ਨਹੀਂ, ਪੱਕੇ। ਕੋਟਦਾਰ ਸੁੰਦਾ ਕਿਲੇ ਹਜ਼ਾਰਾਂ ਹੀ ਕਿਲੇ, ਸੋਹਣੇ ਮਹਿਲ ਮਨਾਰੇ, ਸੋਹਣੀਆਂ ਅਟਾਰੀਆਂ। ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਬਚਨ ਸੋਠ ਨਾਗ ਦੀ ਵਾਰ ਅੰਦਰ ਦਰਜ ਹੈ। ਧਨ ਸੰਪੇ ਮਾਇਆ ਸੰਚੀਐ, ਅੰਤੇ ਦੁਖਦਾਈ। ਘਰ ਮੰਦਰ ਮਹਿਲ ਸਵਾਰੀਐ, ਕਿਛ ਸਾਥ ਨਾ ਜਾਈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿੰਨੇ ਮਰਜੀ ਸੋਹਣੇ ਸਵਾਰ ਸ਼ਿੰਗਾਰ ਹੋ ਜੀ, ਬੈਡਰੂਮ ਬੜਾ ਖੁੱਲਾ, ਆ ਵੇਖੋ ਇੰਨੇ ਜਾਣੇ ਬਹਿ ਸਕਦੇ। ਲੋੜ ਨਹੀਂ ਉਹਨੇ ਹੁੰਦੀ ਜਿੰਨਾ ਬੰਦਾ ਵਿਖਾਵਾ ਕਰਦਾ। ਸਿਆਣਿਆਂ ਕਿਹਾ ਸੀ ਨਾ ਕਿ ਕੁੱਲੀ ਕੁੱਲੀ ਜੁੱਲੀ ਇਹ ਬੰਦੇ ਦੀਆਂ ਲੋੜਾਂ ਨੇ, ਪਰ ਅੱਜ ਲੋੜ ਤੋਂ ਵੱਧ ਕੇ ਵਿਖਾਵਾ ਬਹੁਤਾ ਬਣ ਗਿਆ। ਕਰਜ਼ੇ ਲੈ ਲੈ ਕਰਕੇ ਉੱਚੇ ਮਹਿਲ ਬਣਾਉਣੇ ਨੇ। ਗੁਰੂ ਸਾਹਿਬ ਕਹਿੰਦੇ ਜੀ ਸਦਕੇ ਬਣਾਓ, ਪਰ ਬਾਲਕ ਨੂੰ ਯਾਦ ਰੱਖੋ, ਜੇ ਪ੍ਰਸਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਬਣਿਆ। ਮਹਿਲ ਵਿੱਚ ਰਹਿਣਾ, ਕੋਠੀ 'ਚ ਰਹਿਣਾ ਕੋਈ ਪਾਪ ਗੁਨਾਹ ਨਹੀਂ, ਪਰ ਜਿਹਦੀ ਕਿਰਪਾ ਨਾਲ ਬਣੀ ਹੈ ਨਾ ਉਹਨੂੰ ਵੀ ਯਾਦ ਰੱਖੋ। ਇਹ ਵੀ ਚੇਤੇ ਰੱਖੋ ਕਿ ਛੱਡ ਜਾਣੇ ਇੱਕ ਦਿਨ। ਦਰ ਘਰ ਮਹਿਲਾਂ ਸੋਹਣੇ ਸੋਹਣੇ ਮਹਿਲ ਬਨਾਰੇ, ਸੋਹਣੇ ਦਰਵਾਜ਼ੇ ਲੱਗੇ, ਜਿਹੜੇ ਪੱਕੇ ਕਿਲੇ ਹਜ਼ਾਰਾਂ ਕੋਟ ਸਨ। ਇਹ ਸਾਰਾ ਕੁਝ ਜੋ ਹੈ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ। ਹਸਤੀ ਕਹਿੰਦੇ ਨੇ ਹਾਥੀਆਂ ਨੂੰ, ਹਾਥੀ ਤੇ ਘੋੜੇ ਤੇ ਪਾਖਰੇ। ਅਰਬੀ ਵਿੱਚ ਪੁਰਾਣੇ ਸਮੇਂ ਦੇ ਵਿੱਚ ਘੋੜਿਆਂ ਤੇ ਹਾਥੀਆਂ ਤੇ ਪਾਉਣ ਵਾਲਾ ਇੱਕ ਝੁੱਲ ਹੁੰਦਾ ਸੀ, ਲੋਹੇ ਦੀਆਂ ਤਾਰਾਂ ਦਾ ਬਣਿਆ ਹੁੰਦਾ ਸੀ, ਉਹਨੂੰ ਪਾਖਰਾ ਕਹਿੰਦੇ ਸਨ। ਪਰ ਹੁਣ ਆਮ ਬੋਲੀ ਦੇ ਵਿੱਚ ਪਾਖਰੇ ਦਾ ਅਰਥ ਹੁੰਦਾ ਹੈ ਕਾਠੀ ਜਾਂ ਹੌਂਦਾ, ਜਿਹੜਾ ਹਾਥੀ ਦੇ ਉੱਪਰ ਰੱਖਿਆ ਜਾਂਦਾ ਉਹਨੂੰ ਵੀ ਪਾਖਰਾ ਬੋਲਦੇ ਹਨ। ਹਾਥੀ ਦੇ ਬਹਿਣ ਵਾਸਤੇ ਹੌਂਦਾ ਜਿਹਾ ਹੁੰਦਾ, ਉੱਪਰ ਮੰਜਾ ਜਿਹਾ ਡਾਇਆ ਹੁੰਦਾ, ਜਾਂ ਘੋੜੇ ਦੇ ਉੱਪਰ ਜਿਹੜੀ ਕਾਠੀ ਪਾਈ ਉਹਨੂੰ ਵੀ ਪਾਖਰ ਕਹਿੰਦੇ ਹਨ। ਪਰ ਅਸਲ ਵਿੱਚ ਪਾਖਰ ਦਾ ਅਰਥ ਹੁੰਦਾ ਸੀ ਕਿ ਜੰਗ ਦੇ ਮੈਦਾਨ ਜਦੋਂ ਹਾਥੀ ਜਾਂ ਘੋੜੇ ਲਿਜਾਏ ਜਾਂਦੇ ਸਨ, ਉਹਨਾਂ ਦੇ ਉੱਪਰ ਇੱਕ ਲੋਹੇ ਦਾ ਕੱਪੜਾ ਪਾਇਆ ਜਾਂਦਾ ਸੀ, ਲੋਹੇ ਦੀਆਂ ਤਾਰਾਂ ਦਾ ਬਣਿਆ, ਜਿਹਨੂੰ ਸੰਜੋਗ ਵੀ ਕਹਿੰਦੇ ਹਨ, ਕਿ ਹਾਥੀ ਘੋੜੇ ਦੇ ਉੱਪਰ ਸ਼ਸਤਰਾਂ ਦਾ ਵਾਰ ਨਾ ਲੱਗੇ, ਉਹਨੂੰ ਪਾਖਰ ਬੋਲਦੇ ਸਨ। ਤੇ ਉਹ ਵੀ ਅਰਥ ਬਣਦਾ ਹੈ, ਤੇ ਪਾਖਰ ਦਾ ਅਰਥ ਹੈ ਘੋੜੇ ਤੇ ਪਾਉਣ ਵਾਲੀ ਕਾਠੀ, ਜਾਂ ਫਿਰ ਹਸਤੀ, ਹਾਥੀ ਦੇ ਉੱਪਰ ਧਰਨ ਵਾਲਾ ਹੌਂਦਾ, ਜਿਹਨੂੰ ਹੰਬਾਰੀ ਵੀ ਕਹਿੰਦੇ ਹਨ। ਉਹ ਜਿਹੜੇ ਹੌਂਦੇ, ਹੰਬਾਰੀਆਂ, ਕਾਠੀਆਂ, ਝੁੱਲ ਹਨ, ਲਸ਼ਕਰ ਦੀ ਫੌਜ ਲੱਖ ਅਪਾਰ। ਅਪਾਰ ਕਹਿੰਦੇ ਬੇਅੰਤ ਲੱਖਾਂ ਜਿਹੜੀ ਲਸ਼ਕਰ ਫੌਜ ਹੈ। ਕਿਸੇ ਨਾਲ ਨਾ ਚੱਲਿਆ
ਖਪ ਖਪ ਮੋਏ ਅਸਾਰ ਕਿਸੇ ਦੇ ਵੀ ਨਾਲ ਦਾ ਚੱਲਿਆ, ਇਹਨਾਂ ਵਿੱਚੋਂ ਜਿਹੜੀਆਂ ਵਸਤੂਆਂ ਗਿਣੀਆਂ ਨਾ ਨਾਲ ਨਹੀਂ ਚੱਲੀਆਂ। ਹਾਂ, ਸੋਹਣੇ ਦਰ ਕਰ ਮਹਿਲ ਸ਼ੁਭ ਗੁਣ ਹਿਰਦੇ ਚ ਵਸ ਜਾਣ, ਟਿਕ ਜਾਣ, ਉਹਦੇ ਵਾਸਤੇ ਹਜ਼ਾਰਾਂ ਹੀ ਸੋਹਣੇ ਮਹਿਲ ਬਣਾ ਰਹੇ ਹਨ। ਇੱਥੋਂ ਤੱਕ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਮਾਲਕ ਦੀ ਯਾਦ ਜੁੜ ਜਾਂਦਾ ਨਾ, ਉਹ ਕੱਖਾਂ ਦੀ ਕੁੱਲੀ ਵਿੱਚ ਵੀ ਬੈਠਾ ਹੋਇਆ ਬੜੀ ਭਾਰੀ ਸ਼ੋਭਾ ਪਾਉਂਦਾ ਹੈ, ਵਡਿਆਈ ਹਾਸਲ ਕਰਦਾ ਹੈ। ਲੀੜੇ ਕੱਪੜੇ ਫਟੇ ਪੁਰਾਣੇ ਹੋਣ ਤਾਂ ਵੀ ਉਹ ਲਾਲ ਹੀਰਾ ਲੁਕਦਾ ਨਹੀਂ ਹੈ। ਭਾਈ ਹੇਵੇਂ ਵਰਗਾ ਗੁਰਮੁਖ ਪਿਆਰਾ, ਜਿਹਦੀ ਛਤਰ ਵਿੱਚ ਰਹਿ ਕਰਕੇ ਗੁਣ ਗਾਵਤ ਰਹਿਣ ਬਿਹਾਨੀ, ਸੁਖ ਦੀ ਰਾਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਲੰਘੀ। ਭਲੀ ਸੁਹਾਵੀ ਛਾਤਰੀ ਜਾਵੇ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾ। ਉਹ ਧੌਲ ਚਿੱਟੇ ਜਵਾਰੇ ਕਿਸੇ ਅਰਥ ਨਹੀਂ ਜਿੱਥੇ ਮਾਲਕ ਭੁੱਲ ਜਾਏ। ਸਾਹਿਬ ਕਹਿੰਦੇ ਆ ਜਿਹੜਾ ਗਿਣਿਆ ਨਾ, ਕਿਸੇ ਹੀ ਨਾਲ ਨਾ ਚੱਲਿਆ, ਕਿਸੇ ਦੇ ਨਾਲ ਨਹੀਂ ਟੇਕਿਆ। ਪਟਿਆਲੇ ਦਾ ਮੋਤੀ ਮਹਿਲ ਅੱਜ ਵੀ ਕੋਈ ਵੇਖ ਸਕਦਾ, ਰਾਜਾ ਹੀਰਾ ਸਿੰਘ ਨੇ ਕਿੰਨੇ ਪੈਸਿਆਂ 'ਚ ਬਣਾਇਆ, ਕਿੰਨਾ ਸੋਹਣਾ ਸੀ। ਉਹ ਅੱਜ ਵੀ ਉੱਥੇ ਖੜਿਆ ਤੇ ਵਸਣ ਵਾਲੇ ਚੱਲ ਗਏ, ਕੋਈ ਨਾਲ ਲੈ ਕੇ ਗਿਆ ਕੋਈ ਇੱਕ ਅੱਧੀ ਇੱਟ। ਸਾਹਿਬ ਕਹਿੰਦੇ ਨਹੀਂ, ਦਿੱਲੀ ਦੇ ਲਾਲ ਕਿਲਾ ਬਣਾਉਣ ਵਾਲੇ, ਲਾਹੌਰ ਦਾ ਸ਼ਾਹੀ ਕਿਲਾ ਬਣਾਉਣ ਵਾਲੇ, ਖੱਪ ਖੱਪ ਮੋਏ ਅਸਾਰ, ਖੱਪ ਖੱਪ ਕਰਕੇ ਖੱਜਲ ਹੋ ਕਰਕੇ ਖੱਪ ਗਏ ਮੋਏ, ਮਰ ਗਏ ਤੇ ਮਾਰਨ ਨੇ। ਅਸਾਰ ਦਾ ਅਰਥ ਹੈ ਗਾਫਲ, ਬੇਫਿਕਰ ਹੋ ਕੇ, ਬੇਖਬਰ ਹੋ ਕੇ। ਗੁਰੂ ਪਾਤਸ਼ਾਹ ਨੇ ਇਸ ਬਚਨ ਦੀ ਵਿਆਖਿਆ ਬਾਣੀ 'ਚ ਕੀਤੀ ਹੈ, ਖਾਤ ਪੀਵਤ ਹਸਤ ਸੋਵਤ ਔਦ ਵਿਧੀ ਅਸਾਰ। ਬੰਦੇ ਦੀ ਉਮਰ ਕਿਵੇਂ ਲੰਘਦੀ ਹੈ? ਖਾਤ ਖਾਂਦਿਆਂ, ਪੀਵਤ ਪੀਂਦਿਆਂ, ਹਸਤ ਹੱਸਦਿਆਂ, ਸੋਵਤ ਸੌਂਦਿਆਂ, ਔਦ ਵਿਧੀ ਅਸਾਰ। ਗਾਫਲਤਾਈ ਵਿੱਚ, ਬੇਸਮਝੀ ਵਿੱਚ, ਬੇਖਬਰੀ ਦੇ ਵਿੱਚ ਹੀ ਬੰਦੇ ਦੀ ਉਮਰ ਜਿਹੜੀ ਹੈ ਅਸਾਰ ਪੁਣੇ ਵਿੱਚ ਲੰਘ ਜਾਂਦੀ। ਇੱਥੇ ਵੀ ਸਾਹਿਬ ਕਹਿਣ ਨੇ ਅਸਾਰ, ਬੇਖਬਰ ਹੋ ਗਿਆ, ਗਾਫਲ ਹੋ ਗਿਆ, ਬੇਵਕੂਫ ਹੋ ਕੇ ਆਪਣੀ ਉਮਰਾਂ ਜਿਹੜੀ ਖੱਪ ਖੱਪ ਕੇ ਗਵਾ ਕੇ ਤੇ ਤੁਰ ਜਾਂਦਾ ਹੈ। ਸੋਏ ਨਾ ਰੂਪਾ